ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਸਰਬਜੀਤ ਸਿੰਘ ਅੜਕਵਾਸ ਆਪਣੇ YouTube ਚੈਨਲ ਤੇ ਆਪ ਸਭ ਦਾ ਹਾਰਦਿਕ ਸਵਾਗਤ ਕਰਦਾ। PS ਟੈਟ, ਮਾਸਟਰ ਕੇਡਰ ਪੰਜਾਬੀ ਤੇ ਮਾਸਟਰ ਕੇਡਰ ਸਮਾਜਿਕ ਸਿੱਖਿਆ ਦੀ ਤਿਆਰੀ ਕਰਨ ਦੇ ਲਈ ਸਾਡੇ YouTube ਚੈਨਲ ਦੇ ਨਾਲ ਜ਼ਰੂਰ ਜੁੜੋ। ਜਿਨ੍ਹਾਂ ਵੀ ਸਾਥੀਆਂ ਨੇ ਹੁਣ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਕਿਰਪਾ ਕਰਕੇ ਉਹ ਸਾਥੀ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ, ਤਾਂ ਕਿ ਨਵੀਂ ਤੋਂ ਨਵੀਂ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ। ਇਸ ਤੋਂ ਪਹਿਲਾਂ PS ਟੈਟ, ਮਾਸਟਰ ਕੇਡਰ ਸਮਾਜਿਕ ਸਿੱਖਿਆ ਅਤੇ ਪੰਜਾਬੀ ਦੇ ਨਾਲ ਸੰਬੰਧਿਤ ਬਹੁਤ ਸਾਰੀਆਂ ਵੀਡੀਓਜ਼ ਅਸੀਂ ਆਪਣੇ ਚੈਨਲ ਤੇ ਅਪਲੋਡ ਕਰ ਚੁੱਕੇ ਹਾਂ ਜੀ। ਆਪ ਸਭ ਨੇ ਉਹ ਵੀਡੀਓਜ਼ ਜ਼ਰੂਰ ਵੇਖ ਲੈਣੀਆਂ ਤਾਂ ਕਿ ਤੁਹਾਡਾ ਸਿਲੇਬਸ ਚੰਗੀ ਤਰ੍ਹਾਂ ਹੋ ਸਕੇ। ਇਸ ਤੋਂ ਇਲਾਵਾ ਜੇਕਰ ਕਿਸੇ ਵੀ ਸਾਥੀ ਨੇ ਸਾਡੇ WhatsApp ਗਰੁੱਪ ਦੇ ਵਿੱਚ ਜੁਆਇਨ ਕਰਨਾ ਹੋਵੇ PS ਟੈਟ, ਮਾਸਟਰ ਕੇਡਰ ਸਮਾਜਿਕ ਸਿੱਖਿਆ ਤੇ ਪੰਜਾਬੀ ਦੇ ਲਈ, ਤਾਂ ਸਾਨੂੰ ਮੈਸੇਜ ਕਰ ਸਕਦੇ ਹੋ ਜੀ 971500 8800, ਜਿਸ ਦੇ ਵਿੱਚ ਤੁਹਾਨੂੰ ਹਰ ਰੋਜ਼ ਟੈਸਟ ਸੀਰੀਜ਼ ਤੇ ਟੌਪਿਕ ਪ੍ਰੋਵਾਈਡ ਕੀਤੇ ਜਾਣਗੇ। ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਸਪੈਸ਼ਲ ਟੈਸਟ ਸੀਰੀਜ਼ ਸੇਮੀ। ਇਸ ਤੋਂ ਪਹਿਲਾਂ ਸਾਡੀਆਂ 5 ਸਪੈਸ਼ਲ ਟੈਸਟ ਸੀਰੀਜ਼ ਸਮਾਜਿਕ ਸਿੱਖਿਆ ਦੀਆਂ ਹੋ ਚੁੱਕੀਆਂ ਨੇ। ਇਸ ਦੇ ਵਿੱਚ ਅਸੀਂ ਬਹੁਤ ਹੀ ਮਹੱਤਵਪੂਰਨ 25 ਪ੍ਰਸ਼ਨ ਸਿਲੈਕਟ ਕੀਤੇ ਹਨ ਜੀ, ਜੋ ਸਾਡੀ ਹੁਣ ਤੱਕ ਦੀ ਤਿਆਰੀ ਦੇ ਵਿੱਚੋਂ ਲਏ ਗਏ ਹਨ ਤੇ ਆਮ ਤੌਰ ਤੇ ਪੇਪਰਾਂ ਦੇ ਵਿੱਚੋਂ ਪ੍ਰਸ਼ਨ ਆਉਂਦੇ ਰਹਿੰਦੇ ਨੇ ਜੀ। ਸੋ ਬਿਨਾਂ ਕਿਸੇ ਦੇਰੀ ਤੋਂ ਸ਼ੁਰੂ ਕਰਦੇ ਹਾਂ ਜੀ। ਆਪ ਸਭ ਨੇ ਵੀਡੀਓ ਜ਼ਰੂਰ ਧਿਆਨ ਦੇ ਨਾਲ ਵੇਖਣੀ ਜੀ। ਵੀਡੀਓ ਦੇ ਅਖੀਰ ਵਿੱਚ ਤੁਹਾਨੂੰ 5 ਪ੍ਰਸ਼ਨ ਪੁੱਟ ਕੀਤੇ ਜਾਣਗੇ, ਜਿਨ੍ਹਾਂ ਦੇ ਜਵਾਬ ਤੁਸੀਂ ਕਮੈਂਟਸ ਦੇ ਵਿੱਚ ਜ਼ਰੂਰ ਦੇਣੇ ਆ ਜੀ। ਤੇ ਇਸ ਟੈਸਟ ਸੀਰੀਜ਼ ਦਾ ਸਾਡੇ WhatsApp ਗਰੁੱਪ ਦੇ ਵਿੱਚ ਟੈਸਟ ਵੀ ਲਿਆ ਜਾਵੇਗਾ। ਜੇਕਰ ਕੋਈ ਵੀ ਸਾਥੀ ਟੈਸਟ ਅਟੈਂਪਟ ਕਰਨਾ ਚਾਹੁੰਦਾ ਤਾਂ ਸਾਨੂੰ ਮੈਸੇਜ ਕਰ ਸਕਦੇ ਹੋ ਜੀ। ਕਲਪ ਸੂਤਰ ਦੇ ਲੇਖਕ ਕੌਣ ਸੀ? ਸੀਮੁਕ, ਪਾਣਿਨੀ, ਭਦਰਬਾਹੂ, ਪਤੰਜਲੀ। ਸੋ ਕਲਪ ਸੂਤਰ ਕਿਸ ਦੀ ਰਚਨਾ ਹੈ ਜੀ? ਰਾਈਟ ਆਨਸਰ ਭਦਰਬਾਹੂ। ਭਦਰਬਾਹੂ ਨੇ ਕਲਪ ਸੂਤਰ ਸੰਸਕ੍ਰਿਤ ਭਾਸ਼ਾ ਦੇ ਵਿੱਚ ਲਿਖੀ ਸੀ। ਭਦਰਬਾਹੂ ਕੌਣ ਸੀ ਜੀ? ਇੱਕ ਜੈਨ ਗੁਰੂ ਸੀ, ਜਿਨ੍ਹਾਂ ਨੇ ਚੰਦਰਗੁਪਤ ਦੇ ਨਾਲ ਸਰਵਣਵੇਲਾ ਦੇ ਵਿੱਚ ਯਾਤਰਾ ਵੀ ਕੀਤੀ ਸੀ ਤੇ ਉਹਨਾਂ ਨੇ ਜੋ ਰਚਨਾ ਕੀਤੀ ਸੀ ਉਹ ਸੀ ਕਲਪ ਸੂਤਰ। ਕਿਹੜੀ ਭਾਸ਼ਾ ਦੇ ਵਿੱਚ ਕੀਤੀ ਸੀ? ਸੰਸਕ੍ਰਿਤ ਦੇ ਵਿੱਚ। ਭਦਰਬਾਹੂ ਕਿਸ ਦੇ ਕਾਲ ਦਾ ਲੇਖਕ ਹੈ ਜੀ? ਚੰਦਰਗੁਪਤ ਮੌਰੀਆ ਦੇ। ਨੈਕਸਟ ਕਰਾਂਗੇ ਜੀ, ਬੁੱਧ ਨੇ ਆਪਣਾ ਪਹਿਲਾ ਉਪਦੇਸ਼ ਕਿੱਥੇ ਦਿੱਤਾ? ਗੌਤਮ ਬੁੱਧ ਨੇ ਆਪਣਾ ਪਹਿਲਾ ਉਪਦੇਸ਼ ਕਿੱਥੇ ਦਿੱਤਾ ਸੀ ਜੀ? ਬੋਧ ਗਿਆ, ਪਾਟਲੀਪੁੱਤਰ, ਰਾਜਗ੍ਰਹਿ, ਸਾਰਨਾਥ। ਸੋ ਰਾਈਟ ਆਨਸਰ ਹੈ ਜੀ ਸਾਰਨਾਥ। ਸਾਰਨਾਥ ਦੇ ਵਿੱਚ ਬੁੱਧ ਨੇ ਆਪਣਾ ਪਹਿਲਾ ਉਪਦੇਸ਼ ਦਿੱਤਾ ਸੀ, ਜਿਸ ਨੂੰ ਕਿਸ ਦੇ ਨਾਮ ਨਾਲ ਜਾਣਿਆ ਜਾਂਦਾ ਜੀ? ਧਰਮ ਚੱਕਰ ਪਰਿਵਰਤਨ। ਕਿਸ ਨਾਮ ਨਾਲ ਜਾਣਿਆ ਜਾਂਦਾ ਜੀ? ਧਰਮ ਚੱਕਰ ਪਰਿਵਰਤਨ। ਤੇ ਜੋ ਉਹਨਾਂ ਨੇ ਉਪਦੇਸ਼ ਦਿੱਤਾ ਸੀ ਉਹ ਕਿਸ ਭਾਸ਼ਾ ਵਿੱਚ ਦਿੱਤਾ ਸੀ? ਪਾਲੀ ਭਾਸ਼ਾ ਵਿੱਚ। ਬੁੱਧ ਨੇ ਆਪਣਾ ਉਪਦੇਸ਼ ਸਾਰਨਾਥ ਵਿੱਚ ਦਿੱਤਾ ਸੀ, ਜਿਸ ਨੂੰ ਧਰਮ ਪਰਿਵਰਤਨ ਦੀ ਘਟਨਾ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ। ਤੇ ਜੋ ਉਹਨਾਂ ਨੇ ਉਪਦੇਸ਼ ਦਿੱਤਾ ਸੀ ਉਹ ਪਾਲੀ ਭਾਸ਼ਾ ਦੇ ਵਿੱਚ ਦਿੱਤਾ ਸੀ। ਗੌਤਮ ਬੁੱਧ ਨੂੰ ਗਿਆਨ ਦੀ ਪ੍ਰਾਪਤੀ ਕਿੱਥੋਂ ਹੋਈ? ਬੋਧ ਗਿਆ, ਕੁਸ਼ੀਨਗਰ, ਲੁੰਬਨੀ, ਅਮਰਨਾਥ। ਸੋ ਗੌਤਮ ਬੁੱਧ ਨੂੰ ਗਿਆਨ ਦੀ ਪ੍ਰਾਪਤੀ ਕਿੱਥੋਂ ਹੋਈ ਸੀ ਜੀ? ਬੋਧ ਗਿਆ। ਰਾਈਟ ਆਨਸਰ ਹੈ ਜੀ ਬੋਧ ਗਿਆ ਤੋਂ ਗਿਆਨ ਦੀ ਪ੍ਰਾਪਤੀ ਹੋਈ ਸੀ। ਬੋਧ ਗਿਆ ਕਿੱਥੇ ਜੀ? ਨਿਰੰਜਨਾ ਨਦੀ ਦੇ ਕਿਨਾਰੇ ਤੇ। ਕਿਸ ਨਦੀ ਦੇ ਕਿਨਾਰੇ ਤੇ ਜੀ? ਨਿਰੰਜਨਾ ਨਦੀ ਦੇ ਕਿਨਾਰੇ ਤੇ ਗਿਆਨ ਦੀ ਪ੍ਰਾਪਤੀ ਹੋਈ ਸੀ। ਤੇ ਪਿੱਪਲ ਦੇ ਦਰਖਤ ਹੇਠਾਂ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀ। ਸੋ ਗਿਆਨ ਪ੍ਰਾਪਤੀ ਤੋਂ ਬਾਅਦ ਉਹਨਾਂ ਦਾ ਨਾਮ ਕੀ ਹੋਇਆ ਸੀਗਾ? ਸਿਧਾਰਥ ਬੁੱਧ। ਗਿਆਨ ਦੀ ਪ੍ਰਾਪਤੀ ਤੋਂ ਬਾਅਦ ਨਾਮ ਕੀ ਪਿਆ ਸੀਗਾ ਜੀ? ਸਿਧਾਰਥ ਬੁੱਧ। ਜ਼ਰੂਰ ਯਾਦ ਰੱਖਿਓ ਜੀ, ਗੌਤਮ ਬੁੱਧ ਨੂੰ ਬੋਧ ਗਿਆ ਦੇ ਵਿੱਚ ਗਿਆਨ ਦੀ ਪ੍ਰਾਪਤੀ ਹੋਈ ਸੀ, ਨਿਰੰਜਨਾ ਨਦੀ ਦੇ ਕਿਨਾਰੇ ਪਿੱਪਲ ਦੇ ਦਰਖਤ ਹੇਠਾਂ। ਤੇ ਗਿਆਨ ਪ੍ਰਾਪਤੀ ਤੋਂ ਬਾਅਦ ਗੌਤਮ ਬੁੱਧ ਦਾ ਨਾਮ ਕੀ ਹੋ ਗਿਆ ਸੀ? ਸਿਧਾਰਥ। ਚਾਣਕਿਆ ਕਿਸ ਪ੍ਰਸਿੱਧ ਸਮਰਾਟ ਦੇ ਸਲਾਹਕਾਰ ਸੀ? ਚਾਣਕਿਆ, ਜਿਸ ਨੂੰ ਵਿਸ਼ਨੂਗੁਪਤ ਜਾਂ ਕੌਟਲਿਆ ਦੇ ਨਾਮ ਨਾਲ ਵੀ ਯਾਦ ਕੀਤਾ ਜਾਂਦਾ। ਸੋ ਕਿਸ ਦੇ ਸਲਾਹਕਾਰ ਸੀ? ਚੰਦਰਗੁਪਤ ਮੌਰੀਆ, ਸਮੁੰਦਰਗੁਪਤ, ਅਸ਼ੋਕ, ਬਿੰਦੂਸਾਰ। ਸੋ ਬਹੁਤ ਵਾਰ ਪੇਪਰਾਂ ਦੇ ਵਿੱਚ ਇਹ ਪ੍ਰਸ਼ਨ ਰਿਪੀਟ ਹੋ ਚੁੱਕਿਆ ਜੀ। ਚਾਣਕਿਆ ਚੰਦਰਗੁਪਤ ਮੌਰੀਆ ਦਾ ਸਲਾਹਕਾਰ ਤੇ ਪ੍ਰਧਾਨ ਮੰਤਰੀ ਰਹਿ ਚੁੱਕਿਆ ਜੀ।
ਜਿਨ੍ਹਾਂ ਦੀ ਪ੍ਰਸਿੱਧ ਰਚਨਾ, ਚਾਣਕਿਆ ਦੀ ਪ੍ਰਸਿੱਧ ਰਚਨਾ ਜੀ ਅਰਥ ਸ਼ਾਸਤਰ। ਚਾਣਕਿਆ ਦੀ ਪ੍ਰਸਿੱਧ ਰਚਨਾ ਕਿਹੜੀ ਹੈ ਜੀ? ਅਰਥ ਸ਼ਾਸਤਰ। ਕਿਸ ਦੇ ਨਾਲ ਸੰਬੰਧਿਤ ਹੈ? ਰਾਜਨੀਤੀ ਦੇ ਨਾਲ। ਕਿਸ ਨਾਲ ਸੰਬੰਧਿਤ ਹੈ ਜੀ ਅਰਥ ਸ਼ਾਸਤਰ? ਰਾਜਨੀਤੀ ਦੇ ਨਾਲ। ਜ਼ਰੂਰ ਯਾਦ ਰੱਖਿਓ ਜੀ, ਚਾਣਕਿਆ ਦੇ ਹੋਰ ਨਾਮ ਸੀ ਕੌਟਲਿਆ ਅਤੇ ਵਿਸ਼ਨੂਗੁਪਤ। ਜੋ ਪ੍ਰਧਾਨ ਮੰਤਰੀ ਰਿਹਾ ਗਾ ਚੰਦਰਗੁਪਤ ਮੌਰੀਆ ਦਾ, ਉਹਨਾਂ ਦੀ ਪ੍ਰਸਿੱਧ ਰਚਨਾ ਰਹੀ ਹੈ ਜੀ ਅਰਥ ਸ਼ਾਸਤਰ, ਜੋ ਕਿ ਰਾਜਨੀਤੀ ਦੇ ਨਾਲ ਸੰਬੰਧਿਤ ਸੀ। ਤਕਸ਼ਲਾ ਵਿੱਚ ਵਿਦਰੋਹ ਕਿਸ ਸਮਰਾਟ ਦੇ ਸਮੇਂ ਹੋਇਆ? ਤਕਸ਼ਲਾ ਯੂਨੀਵਰਸਿਟੀ ਦੇ ਵਿੱਚ ਜੋ ਵਿਦਰੋਹ ਹੋਇਆ ਸੀ ਇੱਕ, ਉਹ ਕਿਹੜੇ ਸ਼ਾਸਕ ਦੇ ਸਮੇਂ ਹੋਇਆ ਸੀ? ਅਸ਼ੋਕ, ਬਿੰਦੂਸਾਰ, ਬਿੰਬੀਸਾਰ, ਚੰਦਰਗੁਪਤ ਮੌਰੀਆ। ਸੋ ਕਿਸ ਦੇ ਸਮੇਂ ਹੋਇਆ ਸੀਗਾ ਜੀ? ਬਿੰਦੂਸਾਰ ਦੇ ਸਮੇਂ। ਬਿੰਦੂਸਾਰ ਦੇ ਸਮੇਂ ਤਕਸ਼ਲਾ ਦੇ ਵਿੱਚ ਇੱਕ ਵਿਦਰੋਹ ਹੋਇਆ ਸੀਗਾ ਜੀ, ਜਿਸ ਨੂੰ ਦਬਾਉਣ ਦੇ ਲਈ ਬਿੰਦੂਸਾਰ ਨੇ ਆਪਣੇ ਪੁੱਤਰ ਅਸ਼ੋਕ ਨੂੰ ਭੇਜਿਆ ਸੀ ਅਤੇ ਅਸ਼ੋਕ ਇਸ ਵਿਦਰੋਹ ਨੂੰ ਦਬਾਉਣ ਦੇ ਵਿੱਚ ਸਫਲ ਵੀ ਹੋਇਆ ਸੀ। ਜ਼ਰੂਰ ਯਾਦ ਰੱਖਿਓ ਜੀ, ਬਿੰਦੂਸਾਰ ਦੇ ਸਮੇਂ ਤਕਸ਼ਲਾ ਦੇ ਵਿੱਚ ਇੱਕ ਵਿਦਰੋਹ ਹੋਇਆ ਸੀ, ਜਿਸ ਨੂੰ ਦਬਾਉਣ ਦੇ ਲਈ ਬਿੰਦੂਸਾਰ ਨੇ ਆਪਣੇ ਪੁੱਤਰ ਅਸ਼ੋਕ ਨੂੰ ਭੇਜਿਆ ਸੀ। ਕਿਸ ਮੌਰੀਆ ਸਮਰਾਟ ਨੂੰ ਅਮਿੱਤਰ ਘਾਤ ਦੇ ਨਾਮ ਨਾਲ ਜਾਣਿਆ ਜਾਂਦਾ? ਅਮਿੱਤਰ ਘਾਤ ਸੰਸਕ੍ਰਿਤ ਦਾ ਸ਼ਬਦ ਹੈ ਜੀ, ਜਿਸ ਦਾ ਅਰਥ ਹੈ ਸ਼ਤਰੂਆਂ ਭਾਵ ਦੁਸ਼ਮਣਾਂ ਦਾ ਸਫਾਇਆ ਕਰਨ ਵਾਲਾ। ਕਿਸ ਸਮਰਾਟ ਨੂੰ ਕਿਹਾ ਜਾਂਦਾ ਜੀ? ਬਿੰਦੂਸਾਰ, ਦਸ਼ਰਥ, ਬ੍ਰਹਿਦਰਥ, ਬਿੰਬੀਸਾਰ। ਸੋ ਕਿਸ ਨੂੰ ਕਿਹਾ ਜਾਂਦਾ ਜੀ ਅਮਿੱਤਰ ਘਾਤ? ਬਿੰਦੂਸਾਰ ਨੂੰ। ਬਿੰਦੂਸਾਰ ਨੂੰ ਅਮਿੱਤਰ ਘਾਤ ਭਾਵ ਦੁਸ਼ਮਣਾਂ ਦਾ ਸਫਾਇਆ ਕਰਨ ਵਾਲਾ ਕਿਹਾ ਜਾਂਦਾ ਜੀ। ਸੋ ਜੈਨ ਗ੍ਰੰਥਾਂ ਦੇ ਵਿੱਚ ਬਿੰਦੂਸਾਰ ਨੂੰ ਕੀ ਕਿਹਾ ਜਾਂਦਾ ਜੀ? ਸਿੰਘ ਸੇਨ। ਜੈਨ ਗ੍ਰੰਥਾਂ ਦੇ ਵਿੱਚ ਬਿੰਦੂਸਾਰ ਨੂੰ ਸਿੰਘ ਸੇਨ ਵੀ ਕਿਹਾ ਜਾਂਦਾ। ਬਿੰਦੂਸਾਰ ਕੌਣ ਸੀ ਜੀ? ਅਸ਼ੋਕ ਦੇ ਪਿਤਾ ਅਤੇ ਚੰਦਰਗੁਪਤ ਦੇ ਪੁੱਤਰ। ਵੀਡੀਓ ਨੂੰ ਵੱਧ ਤੋਂ ਵੱਧ ਲਾਈਕ, ਕਮੈਂਟ ਅਤੇ ਸ਼ੇਅਰ ਜ਼ਰੂਰ ਕਰਿਓ ਜੀ, ਤਾਂ ਕਿ ਹੋਰਨਾਂ ਸਾਥੀਆਂ ਤੱਕ ਵੀਡੀਓ ਪਹੁੰਚ ਸਕੇ। ਅਤੇ ਇਸ ਵੀਡੀਓ ਦਾ ਸਾਡੇ WhatsApp ਗਰੁੱਪ ਦੇ ਵਿੱਚ ਟੈਸਟ ਵੀ ਲਿਆ ਜਾਵੇਗਾ। ਸੋ ਆਪ ਸਭ ਨੇ ਉਹ ਟੈਸਟ ਵੀ ਜ਼ਰੂਰ ਦੇਣਾ ਜੀ, ਤਾਂ ਕਿ ਤੁਹਾਡੀ ਤਿਆਰੀ ਵਧੀਆ ਢੰਗ ਦੇ ਨਾਲ ਹੋ ਸਕੇ। ਇਲਾਹਾਬਾਦ ਦਾ ਪੁਰਾਣਾ ਨਾਮ ਕੀ ਹੈ? ਪੁਸ਼ਪਨਗਰ, ਪ੍ਰਯਾਗ, ਪਾਟਲੀਪੁੱਤਰ, ਪਟਦਕਲ। ਇਲਾਹਾਬਾਦ ਦਾ ਪੁਰਾਣਾ ਨਾਮ ਆ ਜੀ ਪ੍ਰਯਾਗ। ਮੁਦਰਾ ਰਾਖਸ਼ ਕਿਸ ਦੀ ਰਚਨਾ ਹੈ? ਭਦਰਬਾਹੂ, ਅਜਾਤਸ਼ਤਰੂ, ਵਿਸ਼ਾਖਾਦੱਤ, ਮੈਗਸਥਨੀਜ। ਮੁਦਰਾ ਰਾਖਸ਼ ਬਹੁਤ ਮਹੱਤਵਪੂਰਨ ਰਚਨਾ ਜੀ। ਕਿਸ ਦੀ ਰਚਨਾ? ਵਿਸ਼ਾਖਾਦੱਤ ਦੀ। ਰਾਈਟ ਹੈ ਜੀ, ਵਿਸ਼ਾਖਾਦੱਤ ਦੀ। ਕਈ ਵਾਰ ਇਹ ਪ੍ਰਸ਼ਨ ਇਸ ਤਰ੍ਹਾਂ ਵੀ ਆ ਜਾਂਦਾ ਕਿ ਮੁਦਰਾ ਰਾਖਸ਼ ਦੇ ਵਿੱਚ ਕਿਸ ਸਮਰਾਟ ਦੀ ਜੀਵਨ ਕਹਾਣੀ ਨੂੰ, ਕਿਸ ਸ਼ਾਸਕ ਦੀ ਜੀਵਨ ਕਹਾਣੀ ਨੂੰ ਅੰਕਿਤ ਕੀਤਾ ਗਿਆ? ਸੋ ਹੈ ਚੰਦਰਗੁਪਤ ਪਹਿਲਾ। ਮੁਦਰਾ ਰਾਖਸ਼ ਦੇ ਵਿੱਚ ਚੰਦਰਗੁਪਤ ਮੌਰੀਆ ਦੀ ਜਾਤੀ ਬਾਰੇ ਵਰਣਨ ਕੀਤਾ ਗਿਆ ਜੀ। ਉਸ ਦੇ ਵਿੱਚ ਮੁਦਰਾ ਰਾਖਸ਼ ਦੇ ਵਿੱਚ ਚੰਦਰਗੁਪਤ ਪਹਿਲਾ ਦੀ ਜੀਵਨੀ ਬਾਰੇ ਦੱਸਿਆ ਗਿਆ। ਸਾਤਵਾਹਨ ਸ਼ਾਸਕਾਂ ਦੀ ਕਾਰਜਕਾਰੀ ਭਾਸ਼ਾ ਕਿਹੜੀ ਹੈ? ਕਿਹੜੀ ਸੀ ਜੀ ਸਾਤਵਾਹਨ ਸ਼ਾਸਕਾਂ ਦੀ ਕਾਰਜਕਾਰੀ ਭਾਸ਼ਾ? ਸੰਸਕ੍ਰਿਤ, ਪਾਲੀ, ਪ੍ਰਾਕਿਰਤ, ਤੇਲਗੂ। ਸੋ ਰਾਈਟ ਹੈ ਜੀ ਪ੍ਰਾਕਿਰਤ। ਸਾਤਵਾਹਨ ਸ਼ਾਸਕਾਂ ਦੀ ਜੋ ਕਾਰਜਕਾਰੀ ਭਾਸ਼ਾ ਸੀ ਉਹ ਸੀ ਪ੍ਰਾਕਿਰਤ। ਜੋ ਉਹਨਾਂ ਨੇ ਅਭਿਲੇਖ ਵਰਤੇ ਸੀ, ਅਭਿਲੇਖਾਂ ਦੇ ਵਿੱਚ ਕਿਹੜੀ ਭਾਸ਼ਾ ਵਰਤੀ ਸੀ ਉਹਨਾਂ ਨੇ? ਬ੍ਰਹਮੀ। ਯਾਦ ਰੱਖਿਓ ਜੀ, ਸਾਤਵਾਹਨ ਸ਼ਾਸਕਾਂ ਦੀ ਜੋ ਕਾਰਜਕਾਰੀ ਭਾਸ਼ਾ ਸੀ ਉਹ ਸੀ ਪ੍ਰਾਕਿਰਤ, ਪਰੰਤੂ ਜੋ ਉਹਨਾਂ ਨੇ ਸ਼ਿਲਾਲੇਖ ਬਣਾਏ ਸੀ ਉਹਨਾਂ ਦੇ ਵਿੱਚ ਉਹਨਾਂ ਨੇ ਬ੍ਰਹਮੀ ਲਿਪੀ ਦਾ ਪ੍ਰਯੋਗ ਕੀਤਾ ਸੀ। ਅਤੇ ਸਾਤਵਾਹਨ ਸ਼ਾਸਕਾਂ ਨੇ ਸਭ ਤੋਂ ਵੱਧ ਸਿੱਕੇ ਚਲਾਏ ਸੀਗੇ ਜੀ ਸੀਸੇ ਦੇ। ਸੁੰਗ ਰਾਜਵੰਸ਼ ਦੀ ਸਥਾਪਨਾ ਕਿਸ ਨੇ ਕੀਤੀ? ਮੌਰੀਆ ਰਾਜਵੰਸ਼ ਦੇ ਪਤਨ ਤੋਂ ਬਾਅਦ ਸੁੰਗ ਰਾਜਵੰਸ਼ ਦੀ ਸਥਾਪਨਾ ਕੀਤੀ ਗਈ ਸੀ। ਸੋ ਕਿਸ ਨੇ ਕੀਤੀ ਸੀ ਜੀ? ਸੁੰਗਮਿੱਤਰਾ, ਪੁਸ਼ਯਮਿੱਤਰ ਸੁੰਗ, ਵਾਸੂਮਿੱਤਰ, ਦੱਤਮਿੱਤਰ। ਸੋ ਕੀਤੀ ਸੀ ਜੀ ਪੁਸ਼ਯਮਿੱਤਰ ਸੁੰਗ ਨੇ। ਮੌਰੀਆ ਸਾਮਰਾਜ ਦੇ ਸ਼ਾਸਕ ਬ੍ਰਿਹਦਰਥ ਨੂੰ ਹਰਾ ਕੇ ਪੁਸ਼ਯਮਿੱਤਰ ਸੁੰਗ ਨੇ ਸੁੰਗ ਰਾਜਵੰਸ਼ ਦੀ ਸਥਾਪਨਾ ਕੀਤੀ ਸੀ।
पुष्यमित्र सुंग ने दो राजधानियां बनाई सी जी सुंग वंश दियां। सो किहड़ी सी? एक सी पाटलिपुत्र, जरूर याद रखियो जी, सुंग राजवंश दियां दो राजधानियां सी, एक सी पाटलिपुत्र, दूजी सी विदेशा। सुंग राजवंश ਦੀਆਂ दो राजधानियां सी, एक सी पाटलिपुत्र, दूजी सी विदेशा, जो कि अजकल मध्य प्रदेश ਦੇ ਵਿੱਚ स्थित है। सुंग राजवंश की स्थापना पुष्यमित्र सुंग ने की सी। दो राजधानियां बनाई सी, पाटलिपुत्र ते विदेशा। कई बार इदां भी प्रश्न आता कि सुंग राजवंश की स्थापना किस साम्राज्य के पतन तो बाद हुई? तो उसी मौर्य साम्राज्य। अश्वघोष, चरक, नागार्जुन किस दे दरबारी कवि विद्वान सी? पुष्यमित्र सुंग, चंद्रगुप्त मौर्य, अशोक किस दे दरबारी कवि सी जी? कनिष्क दे। अश्वघोष, चरक, नागार्जुन ये कनिष्क दे दरबारी कवि सी जी। प्रसिद्ध इलाहाबाद शिलालेख का लेखक कौन सी? तानसेन, हरिसेन, रविकीर्ति, शूद्रक। इलाहाबाद शिलालेख का लेखक कौन है जी? हरिसेन। जो इलाहाबाद शिलालेख है वो गुप्त साम्राज्य नाल संबंधित है। इसके लेखक ने हरिसेन। हरिसेन कौन सी जी? समुद्रगुप्त का दरबारी कवि। हरिसेन समुद्रगुप्त का दरबारी विद्वान सी जी, जिसने इलाहाबाद शिलालेख की रचना की सी। भाषा किहड़ी वरती सी जी? संस्कृत। जरूर याद रखियो, इलाहाबाद प्रस्तुति किसकी रचना? हरिसेन की। संस्कृत भाषा वरती है जी, ते हरिसेन समुद्रगुप्त का दरबारी कवि से। किस गुप्त सम्राट ने अपना नाम कविराज रखा? समुद्रगुप्त, चंद्रगुप्त दूजा, चंद्रगुप्त पहला, स्कंदगुप्त। अपने आप को कविराज किस गुप्त सम्राट ने कहा सीगा जी? समुद्रगुप्त। जरूर याद रखियो जी, समुद्रगुप्त, जिसनों भारत का नैपोलीयन भी कहा जाता। समुद्रगुप्त ने अपने आप को कविराज की उपाधि दी सी, जिसनों सिक्कियां के उपर बीणा बजाते हुए दिखाई अंकित किया गया। सिक्कियां के उपर बीणा बजाते हुए अंकित किया गया। तो उन्होंने भारत का नैपोलीयन किन्ना ने कहा सीगा? डॉक्टर BA स्मिथ। डॉक्टर BA स्मिथ ने समुद्रगुप्त को भारत का नैपोलीयन कहा है। पहला गुप्त सम्राट जिसने सिक्के जारी किए? श्रीगुप्त, चंद्रगुप्त पहला, समुद्रगुप्त, चंद्रगुप्त दूजा। सिक्के किसने जारी किए सीगे जी? चंद्रगुप्त पहला ने। जदों उन्हां दा लिच्छवी राजकुमारी कुमार देवी दे नाल विआह होया सी, तो उस तो बाद उन्होंने सिक्के जारी किए सी। लिच्छवी राजकुमारी कुमार देवी दे नाल चंद्रगुप्त पहला का जो विआह होया सी, उस तो बाद चंद्रगुप्त पहला ने सिक्के जारी किए सी। ते सिक्के जारी करने वाला पहला सम्राट बनिया सी चंद्रगुप्त पहला। किस गुप्त सम्राट ने हूणा नूं हराया सी? हूण एक मध्य एशिया की लड़ाकू जाति सी। किस गुप्त सम्राट ने उन्होंने हराया सी? समुद्रगुप्त, चंद्रगुप्त दूजा, स्कंदगुप्त, रामगुप्त। किसने हराया सीगा जी? समुद्रगुप्त ने। समुद्रगुप्त दीयां जित्तां तो प्रभावित होकर ही इतिहासकार डॉक्टर BA स्मिथ ने भारत के नैपोलीयन की उपाधि दी सी। सो समुद्रगुप्त ने हूणा जो मध्य एशिया की लड़ाकू जाति सी उन्होंने हराया से। मेघदूत की रचना बहुत महत्वपूर्ण है जी। मेघदूत की रचना किसने की? कालीदास, नागार्जुन, शूद्रक, बाणभट्ट। मेघदूत की रचना की सी जी कालीदास ने। कालीदास गुप्त काल का बहुत महत्वपूर्ण विद्वान होया जी, जिसनों भारत का शैक्सपीयर भी कहा जाता। गुप्त काल का विद्वान होया जी कालीदास, जिसनों भारत का शैक्सपीयर भी कहा जाता। तो इसने नाटक लिखे से जिन्हों के विचों रघुवंश, मेघदूत, रितुसंहार काफ़ी प्रसिद्ध ने जी। मेघदूत, रघुवंश,
ਰੀਤੂ ਸੰਹਾਰ 3 ਪ੍ਰਸਿੱਧ ਨਾਟਕ ਨੇ ਜੀ। ਉਹਨਾਂ ਦੇ ਵਿੱਚੋਂ ਮੇਘਦੂਤ ਪ੍ਰਸਿੱਧ ਰਚਨਾ ਕਾਲੀਦਾਸ ਦੀ। ਸਮੁੰਦਰ ਗੁਪਤ ਨੂੰ ਭਾਰਤ ਦੇ ਨੈਪੋਲੀਅਨ ਦੀ ਉਪਾਧੀ ਕਿਸ ਨੇ ਦਿੱਤੀ? ਮੈਕਸਮੂਲਰ, ਟੀ.ਏ. ਸਮਿਥ, ਬੀ.ਏ. ਸਮਿਥ, ਟਾਮਸ ਮੂਰ। ਸੋ ਇਤਿਹਾਸਕਾਰ ਬੀ.ਏ. ਸਮਿਥ ਨੇ ਸਮੁੰਦਰ ਗੁਪਤ ਦੀਆਂ ਜਿੱਤਾਂ ਤੋਂ ਪ੍ਰਭਾਵਿਤ ਹੋ ਕੇ ਉਸ ਨੂੰ ਭਾਰਤ ਦਾ ਨੈਪੋਲੀਅਨ ਕਿਹਾ ਹੈ। ਸ਼ੱਕ ਵਿਜੇਤਾ ਕਿਸ ਗੁਪਤ ਸਮਰਾਟ ਨੂੰ ਕਿਹਾ ਜਾਂਦਾ? ਚੰਦਰਗੁਪਤ ਪਹਿਲਾ, ਸਮੁੰਦਰਗੁਪਤ, ਚੰਦਰਗੁਪਤ ਦੂਜਾ, ਕੁਮਾਰਗੁਪਤ। ਸੋ ਕਿਸ ਨੂੰ ਕਿਹਾ ਜਾਂਦਾ ਜੀ ਸ਼ੱਕ ਵਿਜੇਤਾ? ਚੰਦਰਗੁਪਤ ਦੂਜਾ ਨੂੰ। ਚੰਦਰਗੁਪਤ ਦੂਜਾ ਨੂੰ ਸ਼ੱਕ ਵਿਜੇਤਾ ਕਿਹਾ ਜਾਂਦਾ ਜੀ, ਕਿਉਂਕਿ ਉਸਨੇ ਪੱਛਮੀ ਭਾਰਤ ਦੇ ਅੰਤਿਮ ਸ਼ੱਕ ਰਾਜਾ ਰੁਦਰ ਦੂਜਾ ਨੂੰ ਹਰਾਇਆ ਸੀ। ਕਿਉਂਕਿ ਉਸਨੇ ਉੱਤਰੀ ਭਾਰਤ ਦੇ ਵਿੱਚ ਜੋ ਸ਼ੱਕ ਦਾ ਸ਼ਾਸਕ ਸੀਗਾ ਰੁਦਰ ਨੂੰ ਹਰਾਇਆ ਸੀ। ਇਸ ਕਰਕੇ ਉਹਨਾਂ ਨੇ ਜਦੋਂ ਸ਼ੱਕ ਸਾਮਰਾਜ ਦਾ ਖਾਤਮਾ ਕੀਤਾ ਸੀਗਾ ਤਾਂ ਉਹਨਾਂ ਨੂੰ ਸ਼ੱਕ ਵਿਜੇਤਾ ਦੀ ਉਪਾਧੀ ਦਿੱਤੀ ਗਈ ਸੀ। ਵੀਡੀਓ ਨੂੰ ਵੱਧ ਤੋਂ ਵੱਧ ਲਾਈਕ, ਕਮੈਂਟ ਅਤੇ ਸ਼ੇਅਰ ਜ਼ਰੂਰ ਕਰਿਓ ਜੀ, ਤਾਂ ਕਿ ਤੁਹਾਡੀ ਤਿਆਰੀ ਵਧੀਆ ਢੰਗ ਦੇ ਨਾਲ ਹੋ ਸਕੇ। ਜੇਕਰ ਕਿਸੇ ਵੀ ਸਾਥੀ ਨੇ ਸਾਡੇ WhatsApp ਗਰੁੱਪ ਦੇ ਵਿੱਚ ਜੁਆਇਨ ਕਰਨਾ, ਜਿਸ ਦੇ ਵਿੱਚ ਤੁਹਾਨੂੰ ਹਰ ਰੋਜ਼ ਹੈਂਡ ਰਿਟਨ ਨੋਟਸ ਅਤੇ ਹਰ ਰੋਜ਼ ਟੈਸਟ ਸੀਰੀਜ਼ ਅਤੇ ਐਤਵਾਰ ਨੂੰ 150 ਪ੍ਰਸ਼ਨਾਂ ਦਾ ਟੈਸਟ ਪ੍ਰੋਵਾਈਡ ਕੀਤਾ ਜਾਂਦਾ, ਤਾਂ ਤੁਸੀਂ ਸਾਡੇ WhatsApp ਗਰੁੱਪ ਦੇ ਵਿੱਚ ਸ਼ਾਮਲ ਹੋ ਕੇ ਆਪਣੀ ਤਿਆਰੀ ਨੂੰ ਹੋਰ ਵੀ ਵਧੀਆ ਤਰੀਕੇ ਦੇ ਨਾਲ ਕਰ ਸਕਦੇ ਹੋ। ਸੋ ਅੱਗੇ ਕਰਾਂਗੇ ਜੀ। ਗੁਪਤ ਸਾਮਰਾਜ ਦੀ ਸਥਾਪਨਾ ਕਿਸ ਸਮਰਾਟ ਨੇ ਕੀਤੀ ਸੀ? ਚੰਦਰਗੁਪਤ ਪਹਿਲਾ, ਸ੍ਰੀਗੁਪਤ, ਚੰਦਰਗੁਪਤ ਦੂਜਾ, ਘਟੋਤਕਚ। ਕਿਸ ਨੇ ਕੀਤੀ ਸੀ ਜੀ? ਚੰਦਰਗੁਪਤ ਪਹਿਲਾ ਨੇ। ਕਦੋਂ ਕੀਤੀ ਸੀ? ਚੰਦਰਗੁਪਤ ਪਹਿਲਾ ਨੇ 319 ਦੇ ਵਿੱਚ ਗੁਪਤ ਸਾਮਰਾਜ ਦੀ ਸਥਾਪਨਾ ਕੀਤੀ ਸੀ। PS ਟੈਟ ਦੇ ਵਿੱਚ ਰਿਪੀਟ ਹੋ ਚੁੱਕਿਆ ਜੀ ਪ੍ਰਸ਼ਨ, ਜ਼ਰੂਰ ਧਿਆਨ ਦੇ ਨਾਲ ਕਰਿਓ। 319 ਦੇ ਵਿੱਚ ਚੰਦਰਗੁਪਤ ਪਹਿਲਾ ਨੇ ਗੁਪਤ ਸਾਮਰਾਜ ਦੀ ਸਥਾਪਨਾ ਕੀਤੀ ਸੀ। ਕਾਮਰੂਪ ਕਿਸ ਰਾਜ ਦਾ ਪੁਰਾਣਾ ਨਾਮ ਹੈ? ਬਿਹਾਰ, ਅਸਾਮ, ਇਲਾਹਾਬਾਦ, ਕਰਨਾਟਕ। ਕਾਮਰੂਪ ਅਸਾਮ ਦਾ ਪੁਰਾਣਾ ਨਾਮ ਹੈ ਜੀ। ਅਸਾਮ ਨੂੰ ਪਹਿਲਾਂ ਕਾਮਰੂਪ ਕਿਹਾ ਜਾਂਦਾ ਸੀ। ਕਾਮਰੂਪ ਦਾ ਇੱਕ ਸ਼ਾਸਕ ਸੀ ਜੀ ਭਾਸਕਰ ਵਰਮਾ, ਜਿਸ ਨੇ ਹਰਸ਼ਵਰਧਨ ਦੇ ਦਰਬਾਰ ਵਿੱਚ ਰਾਜਦੂਤ ਭੇਜਿਆ ਸੀ, ਜਿਸ ਦਾ ਨਾਮ ਸੀ ਹੰਸਵੇਗ। ਕਾਮਰੂਪ ਦਾ ਪ੍ਰਸਿੱਧ ਰਾਜਾ ਹੋਇਆ, ਕਿਹੜਾ ਰਾਜਾ ਹੋਇਆ ਜੀ? ਭਾਸਕਰ ਵਰਮਾ। ਭਾਸਕਰ ਵਰਮਾ ਕਾਮਰੂਪ ਦਾ ਪ੍ਰਸਿੱਧ ਰਾਜਾ ਸੀ, ਜਿਸ ਨੇ ਹਰਸ਼ਵਰਧਨ ਦੇ ਦਰਬਾਰ ਵਿੱਚ ਆਪਣਾ ਰਾਜਦੂਤ ਭੇਜਿਆ ਸੀ ਹੰਸਵੇਗ। ਰਾਜਾ ਹਰਸ਼ਵਰਧਨ ਨੇ ਆਪਣੀ ਰਾਜਧਾਨੀ ਕਿੱਥੋਂ ਬਦਲ ਕੇ ਕਿੱਥੇ ਬਣਾਈ? ਹਰਸ਼ਵਰਧਨ ਨੇ 2 ਰਾਜਧਾਨੀਆਂ ਸੀ ਜੀ। ਰਾਜਧਾਨੀ ਕਿਹੜੀ ਬਦਲੀ ਸੀ ਉਹਨਾਂ ਨੇ? ਥਾਨੇਸਵਰ ਤੋਂ ਕਨੌਜ, ਦਿੱਲੀ ਤੋਂ ਦੇਵਗਿਰੀ, ਬੱਲਵੀ ਤੋਂ ਦਿੱਲੀ, ਕਨੌਜ ਤੋਂ ਥਾਨੇਸਵਰ। ਸੋ ਰਾਈਟ ਹੈ ਜੀ ਥਾਨੇਸਵਰ ਤੋਂ ਕਨੌਜ। ਪਹਿਲਾਂ ਉਹਨਾਂ ਦੀ ਰਾਜਧਾਨੀ ਥਾਨੇਸਵਰ ਸੀ, ਥਾਨੇਸਵਰ ਤੋਂ ਬਦਲ ਕੇ ਉਹਨਾਂ ਨੇ ਕਨੌਜ ਰੱਖੀ ਸੀ। ਅਜਿਹਾ ਉਹਨਾਂ ਨੇ ਕਿਸ ਦੇ ਕਹਿਣ 'ਤੇ ਕੀਤਾ ਸੀ? ਆਪਣੀ ਭੈਣ ਰਾਜਸ਼ਰੀ ਦੇ, ਕਿਉਂਕਿ ਰਾਜਸ਼ਰੀ ਹਰਸ਼ਵਰਧਨ ਨੂੰ ਰਾਜਨੀਤਿਕ ਮਾਮਲਿਆਂ ਵਿੱਚ ਬਹੁਤ ਸਹਾਇਤਾ ਪ੍ਰਦਾਨ ਕਰ ਰਹੇ ਸੀ। ਇਸ ਕਰਕੇ ਆਪਣੀ ਪ੍ਰਸ਼ਾਸਨਿਕ ਸਥਿਤੀਆਂ ਨੂੰ ਦੇਖਦੇ ਹੋਏ ਹਰਸ਼ਵਰਧਨ ਨੇ ਆਪਣੀ ਰਾਜਧਾਨੀ ਥਾਨੇਸਵਰ ਤੋਂ ਚੇਂਜ ਕਰਕੇ ਕਨੌਜ ਨੂੰ ਬਣਾ ਲਿਆ ਸੀ। ਸੀਜੂਕੀ ਕਿਸ ਦੀ ਰਚਨਾ ਹੈ? ਹਰਸ਼ਵਰਧਨ, ਬਾਣਭੱਟ, ਹਿਊਨ-ਸਾਂਗ, ਮੈਗਸਥਨੀਜ਼। ਸੋ ਸੀਜੂਕੀ ਕਿਸ ਦੀ ਰਚਨਾ ਹੈ ਜੀ? ਹਿਊਨ-ਸਾਂਗ ਦੀ ਰਚਨਾ ਜੀ ਸੀਜੂਕੀ। ਹਰਸ਼ਵਰਧਨ ਦੇ ਸਮੇਂ ਦਾ ਪ੍ਰਸਿੱਧ ਰਾਜਾ ਜੀ ਹਿਊਨ-ਸਾਂਗ। ਸੋ ਨੈਕਸਟ ਕਰਾਂਗੇ ਜੀ। ਹਰਸ਼ਵਰਧਨ ਨੂੰ ਕਿਸ ਨੇ ਹਰਾਇਆ? ਚੰਦਰਗੁਪਤ ਪਹਿਲਾ, ਪੁਲਕੇਸ਼ਨ ਪਹਿਲਾ, ਪੁਲਕੇਸ਼ਨ ਦੂਜਾ, ਵਿਕਰਮਦਿੱਤਿਆ। ਸੋ ਚੰਦਰਗੁਪਤ ਨੂੰ ਹਰਾਇਆ ਸੀਗਾ ਜੀ, ਹਰਸ਼ਵਰਧਨ ਨੂੰ ਹਰਾਇਆ ਸੀ ਪੁਲਕੇਸ਼ਨ ਦੂਜਾ ਨੇ। ਬਾਣਭੱਟ ਦੀ ਪ੍ਰਸਿੱਧ ਰਚਨਾ ਕਾਦੰਬਰੀ, ਹਰਚਰਿਤ ਪਹਿਲਾ ਅਤੇ ਦੂਜਾ ਦੋਵੇਂ, ਕਿਤਾਬ ਉਲ ਹਿੰਦ। ਸੋ ਬਾਣਭੱਟ ਦੀਆਂ 2 ਰਚਨਾਵਾਂ ਨੇ ਜੀ ਪ੍ਰਸਿੱਧ, ਕਾਦੰਬਰੀ ਅਤੇ ਹਰਚਰਿਤ। ਕਾਦੰਬਰੀ ਅਤੇ ਹਰਚਰਿਤ ਦੋਵੇਂ ਰਚਨਾਵਾਂ ਕਿਸ ਦੀਆਂ ਨੇ ਜੀ? ਬਾਣਭੱਟ ਦੀਆਂ ਨੇ। ਨੈਕਸਟ ਕਰਾਂਗੇ ਜੀ।
ਯਾਤਰੀਆਂ ਦਾ ਰਾਜਕੁਮਾਰ ਕਿਸ ਵਿਦਵਾਨ ਨੂੰ ਕਿਹਾ ਜਾਂਦਾ? ਹਿਊਨ-ਸਾਂਗ, ਫਾਹੀਆਨ, ਇਤਸਿੰਗ, ਬਾਣਭੱਟ। ਸੋ ਯਾਤਰੀਆਂ ਦਾ ਵਿਦਵਾਨ ਕਿਹਾ ਜਾਂਦਾ ਹੈ ਹਿਊਨ-ਸਾਂਗ ਨੂੰ, ਜਿਸ ਦੀ ਪ੍ਰਸਿੱਧ ਰਚਨਾ ਸੀਜੂਕੀ। ਇਸ ਕਰਕੇ ਯਾਤਰੀਆਂ ਦਾ ਵਿਦਵਾਨ ਹਿਊਨ-ਸਾਂਗ ਨੂੰ ਕਿਹਾ ਜਾਂਦਾ। ਸੋ ਇਹ ਸੀ ਅੱਜ ਦੀ ਟੈਸਟ ਸੀਰੀਜ਼ ਦੇ 25 ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਜੋ ਆਮ ਤੌਰ 'ਤੇ ਪੇਪਰਾਂ ਦੇ ਵਿੱਚ ਰਿਪੀਟ ਹੁੰਦੇ ਰਹਿੰਦੇ ਜੀ। ਮੈਨੂੰ ਉਮੀਦ ਹੈ ਕਿ ਆਪ ਸਭ ਨੇ ਵੀਡੀਓ ਬਹੁਤ ਧਿਆਨ ਦੇ ਨਾਲ ਵੇਖੀ ਹੋਵੇਗੀ ਅਤੇ ਇਹ ਸਾਰੇ ਪ੍ਰਸ਼ਨ ਆਪ ਦੇ ਲਈ ਬਹੁਤ ਫਾਇਦੇਮੰਦ ਹੋਣਗੇ। ਹੁਣ ਇਸ ਵੀਡੀਓ ਦੇ ਵਿੱਚੋਂ 5 ਪ੍ਰਸ਼ਨ ਤੁਹਾਨੂੰ ਪੁੱਟ ਕੀਤੇ ਜਾਣਗੇ, ਜਿਨ੍ਹਾਂ ਦੇ ਜਵਾਬ ਤੁਸੀਂ ਕਮੈਂਟਸ ਦੇ ਵਿੱਚ ਜ਼ਰੂਰ ਦੇਣੇ ਆ ਜੀ। ਤਕਸਲਾ ਵਿੱਚ ਵਿਦਰੋਹ ਕਿਸ ਸਮਰਾਟ ਦੇ ਸਮੇਂ ਹੋਇਆ ਸੀ? ਸੋ ਪਹਿਲਾ ਪ੍ਰਸ਼ਨ ਹੈ ਜੀ, ਤਕਸਲਾ ਦੇ ਵਿੱਚ ਵਿਦਰੋਹ ਕਿਸ ਸਮਰਾਟ ਦੇ ਸਮੇਂ ਹੋਇਆ ਸੀ? ਮੁਦਰਾ ਰਾਖਸਸ ਕਿਸ ਦੀ ਰਚਨਾ ਹੈ? ਮੁਦਰਾ ਰਾਖਸਸ ਕਿਸ ਦੀ ਰਚਨਾ ਹੈ? ਇਲਾਹਾਬਾਦ ਦਾ ਪੁਰਾਣਾ ਨਾਮ ਕੀ ਹੈ? ਸਾਰੇ ਪ੍ਰਸ਼ਨ ਆਪਾਂ ਰਿਪੀਟ ਕੀਤੇ ਨੇ ਜੀ। ਇਲਾਹਾਬਾਦ ਦਾ ਪੁਰਾਣਾ ਨਾਮ ਕੀ ਹੈ? ਕਿਸ ਗੁਪਤ ਸਮਰਾਟ ਨੇ ਹੂਣਾ ਨੂੰ ਹਰਾਇਆ ਸੀ? ਹੂਣ ਜੋ ਮਾਝੇ ਏਸ਼ੀਆ ਦੀ ਲੜਾਕੂ ਜਾਤੀ ਸੀ, ਸੋ ਉਹਨਾਂ ਨੂੰ ਕਿਸ ਗੁਪਤ ਸਮਰਾਟ ਨੇ ਹਰਾਇਆ ਸੀ? ਅਤੇ ਭਾਰਤ ਦਾ ਨੈਪੋਲੀਅਨ ਕਿਸ ਨੂੰ ਕਿਹਾ ਜਾਂਦਾ ਅਤੇ ਕਿਸ ਨੇ ਇਹ ਉਪਾਧੀ ਪ੍ਰਦਾਨ ਕੀਤੀ ਸੀ? ਸੋ ਇਹ 5 ਪ੍ਰਸ਼ਨ ਜਿਨ੍ਹਾਂ ਦੇ ਜਵਾਬ ਤੁਸੀਂ ਕਮੈਂਟਸ ਦੇ ਵਿੱਚ ਜ਼ਰੂਰ ਦੇਣੇ ਆ ਜੀ। ਸੋ ਵੀਡੀਓ ਨੂੰ ਦੇਖਣ ਦੇ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਸੋ ਜੇ ਕਿਸੇ ਨੇ ਸਾਡੇ WhatsApp ਗਰੁੱਪ ਦੇ ਵਿੱਚ ਜੁਆਇਨ ਕਰਨਾ ਹੋਵੇ ਤਾਂ ਸਾਨੂੰ ਮੈਸੇਜ ਕਰ ਸਕਦੇ ਹੋ ਜੀ 971500 8800। ਅਤੇ ਇਸ ਵੀਡੀਓ ਦਾ ਅਸੀਂ WhatsApp ਗਰੁੱਪ ਦੇ ਵਿੱਚ ਟੈਸਟ ਵੀ ਲਵਾਂਗੇ ਜੀ। ਸੋ ਜੇਕਰ ਕਿਸੇ ਵੀ ਸਾਥੀ ਨੇ ਟੈਸਟ ਦੇਣਾ ਹੋਵੇ ਤਾਂ ਸਾਨੂੰ ਜ਼ਰੂਰ ਮੈਸੇਜ ਕਰ ਸਕਦੇ ਹੋ ਜੀ। ਸੋ ਵੀਡੀਓ ਨੂੰ ਦੇਖਣ ਦੇ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ।